सतनाम वाहिगुरु साहिब जी। सिखो शब्द प्यारिओ, जन्म मरण की टेक। मुख उज्जल सदा सुखी, नानक सिमरत एक। सतनाम वाहिगुरु साहिब जी। आसा महला पंजवां। जां तू साहिब तां भौ केहा, हाँ तुद बिन किस सलाही। एक तू तां सब किश है, मैं तुद बिन दूजा नहीं। जां तू साहिब तां भौ केहा, हाँ तुद बिन किस सलाही। एक तू तां सब किश है, मैं तुद बिन दूजा नहीं। बाबा बिख देखिया संसार, रखिया करो गोसाई मेरे। मैं नाम तेरा आधार, रखिया करो गोसाई मेरे। मैं नाम तेरा आधार। रहाओ जाने बिरथा सबा मन की, होर किस पै आख सुनाइए। बिन नामे सब जग बोराया, नाम मिलै सुख पाइए। क्या कहिए किसे आक सुनाइए, जो कहना प्रभ जी पास। सब किश कीता तेरा वरतै, सदा सदा तेरी आस। जे दे वड्याई तां तेरी वड्याई, इत उत तुझे त्याऊं। नानक के प्रभ सदा सुख दाते, मैं तान तेरा एक नाऊं। जे दे वड्याई तां तेरी वड्याई, इत उत तुझे त्याऊं। नानक के प्रभ सदा सुख दाते,
ਮੈਂ ਤਾਣ ਤੇਰਾ ਇੱਕ ਨਾਉ। ਪਰਮ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤਿੰਨਾਂ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਸਮੁੱਚੀ ਸੰਗਤ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਬਾਦਸ਼ਾਹ ਦਰਵੇਸ਼ ਦੋ ਜਹਾਨਾਂ ਦੇ ਵਾਲੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਸਾਰੀ ਸੰਗਤ ਬੜੇ ਅਦਬ ਸਤਿਕਾਰ ਨਾਲ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਜੋ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ, ਇਹ ਸ਼ਬਦ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜਿੰਨੀ ਕੁ ਮਤ ਸਤਿਗੁਰੂ ਨੇ ਬਖਸ਼ੀ ਹੈ, ਆਓ ਰਲ ਮਿਲ ਕੇ ਜਾਣੀਏ ਸ਼ਹੀਦਾਂ ਦੇ ਸਰਤਾਜ ਰਾਗ ਆਸਾ ਦੇ ਵਿੱਚ ਇਸ ਸ਼ਬਦ ਵਿੱਚ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਰਹਾਉ ਵਾਲਾ ਬੰਦ ਹੈ। ਪਹਿਲਾ ਸ਼ਬਦ ਆਇਆ ਹੈ ਬਾਬਾ। ਬਾਬਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਕਈ ਵਾਰ ਆਇਆ। ਜਿਵੇਂ ਬਾਬਾ ਮਾਇਆ ਸਾਥ ਨਾ ਹੋਏ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ। ਬਾਬਾ ਵਿਖ ਦੇਖਿਆ ਸੰਸਾਰ। ਬਾਬਾ ਦਾ ਅਰਥ ਭਾਈ ਦੇ ਤੌਰ ਤੇ ਸਤਿਗੁਰੂ ਨੇ ਵਰਤਿਆ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਹਿਣ ਲੱਗੇ, ਹੇ ਭਾਈ, ਵਿਖ ਦੇਖਿਆ ਸੰਸਾਰ। ਜਿਵੇਂ ਬਾਬਾ ਮਾਇਆ ਸਾਥ ਨਾ ਹੋਏ, ਹੇ ਭਾਈ, ਮਾਇਆ ਨਾਲ ਨਿਭਣ ਵਾਲੀ ਨਹੀਂ ਹੈ। ਬਾਬਾ ਬੋਲਥੇ ਤੇ ਕਹਾਂ ਗਏ, ਤੇਰੇ ਨਾਲ ਰਹਿਣ ਵਾਲੇ ਕਿੱਥੇ ਗਏ ਹੇ ਭਾਈ। ਇਵੇਂ ਬਾਬਾ ਵਿਖ ਦੇਖਿਆ ਸੰਸਾਰ। ਸਤਿਗੁਰੂ ਕਹਿੰਦੇ ਨੇ, ਬਾਬਾ ਹੇ ਭਾਈ, ਆਸੇ ਪਾਸੇ ਜ਼ਹਿਰ ਦਾ ਫੈਲਾਅ, ਆਸੇ ਪਾਸੇ ਕੁੜੱਤਨ ਹੈ। ਇਸ ਕੁੜੱਤਨ ਦੇ ਵਿੱਚ, ਇਸ ਜ਼ਹਿਰ ਦੇ ਵਿੱਚ, ਇਸ ਕਾਲਖ ਦੀ ਦੁਨੀਆ ਦੇ ਵਿੱਚ ਭਾਈ ਸਿੱਖਾ ਆਪਣੇ ਆਪ ਨੂੰ ਨਿਰਲੇਪ ਰੱਖਣਾ। ਕਮਲ ਦੇ ਫੁੱਲ ਵਾਂਗੂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਔਰ ਤੈਨੂੰ ਬਚਾਉਣ ਵਾਲਾ, ਤੇਰੀ ਰੱਖਿਆ ਕਰਨ ਵਾਲਾ ਕੇਵਲ ਵਾਹਿਗੁਰੂ ਪਰਮਾਤਮਾ ਹੈ। ਨਹੀਂ ਤਾਂ ਇਸ ਚਿੱਕੜ ਵਿੱਚੋਂ ਤੈਨੂੰ ਦੂਜਾ ਕੋਈ ਨਹੀਂ ਬਚਾ ਸਕਦਾ। ਮਹਾਰਾਜ ਨੇ ਬਾਣੀ ਵਿੱਚ ਕਿੰਨੀ ਵਾਰ ਇਹ ਸ਼ਬਦ ਵਰਤੇ ਨੇ। ਪਤਾ ਨਹੀਂ ਕਿੰਨੇ ਸਿਪਾਹ ਸਲਾਰ, ਰਾਜੇ ਮਹਾਰਾਜੇ, ਵੱਡੇ ਵੱਡੇ ਆਪੂ ਬਣੇ ਵਿਦਵਾਨ, ਜਾਂ ਹੋਰ ਪਤਾ ਨਹੀਂ ਕਿੰਨੇ ਤਪਸਵੀ, ਜਪ ਤਪ ਕਰਨ ਵਾਲੇ, ਰਿੱਧੀਆਂ ਸਿੱਧੀਆਂ ਦੇ ਮਾਲਕ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਬ੍ਰਹਮਾ ਵਿਸ਼ਨ ਮਾਹਾਂ ਦਿਓ ਤ੍ਰੈ ਗੁਣ ਰੋਗੀ, ਜਿਨ੍ਹਾਂ ਦੀ ਸੰਸਾਰ ਪੂਜਾ ਕਰਦਾ ਸੀ। ਮਹਾਰਾਜ ਕਹਿੰਦੇ ਕਿਤੇ ਨਾ ਕਿਤੇ ਇਹ ਵੀ ਮਾਇਆ ਦਾ ਸ਼ਿਕਾਰ ਹੋ ਗਏ। ਇੰਨਾ ਜਿਹੜਾ ਪ੍ਰਕੋਪ ਹੈ, ਇੰਨੀ ਜਿਹੜੀ ਮੈਲ ਹੈ, ਆਲੇ ਦੁਆਲੇ ਇਹ ਹਨੇਰੀ ਹੈ, ਲੋਭ ਦੀਆਂ ਲਹਿਰਾਂ ਨੇ। ਇਹਦੇ ਤੋਂ ਤੈਨੂੰ ਹੋਰ ਦੂਜਾ ਕੋਈ ਨਹੀਂ ਬਚਾ ਸਕਦਾ। ਕੇਵਲ ਪਰਮਾਤਮਾ ਹੀ ਹੈ। ਕੇਵਲ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਤੈਨੂੰ ਇਹਦੇ ਵਿੱਚੋਂ ਬਚਾ ਸਕਦਾ ਹੈ। ਤੇ ਤੂੰ ਅਰਦਾਸ ਕਿਹਦੇ ਅੱਗੇ ਕਰਨੀ ਹੈ? ਮਹਾਰਾਜ, ਮੈਨੂੰ ਇਸ ਚਿੱਕੜ ਵਿੱਚ ਨਿਰਲੇਪ ਰਹਿਣਾ ਆ ਜਾਏ। ਆਸੇ ਪਾਸੇ ਹੁੰਦੀ ਨਿੰਦਿਆ ਦੇ ਵਿੱਚੋਂ ਮੈਂ ਕਿਵੇਂ ਆਪਣੇ ਆਪ ਨੂੰ ਨਿਰਲੇਪ ਰੱਖ ਸਕਦਾ? ਲੋਭ ਲੈ ਰਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਮੇਰਾ ਬਚਾਅ ਕਿੱਦਾਂ ਹੋਏਗਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਆਸੇ ਪਾਸੇ ਜ਼ਹਿਰ ਹੈ, ਆਸੇ ਪਾਸੇ ਕੁੜੱਤਨ ਹੈ, ਆਸੇ ਪਾਸੇ ਬੁਰਾਈ ਹੈ, ਤੇਰਾ ਸਾਹਿਬ, ਤੇਰਾ ਸੱਚਾ ਸਤਿਗੁਰੂ ਬਖਸ਼ਿਸ਼ਾਂ ਦਾ ਭੰਡਾਰ ਹੈ,
ਇਸ ਬੁਰਾਈਆਂ ਦੇ ਵਿੱਚੋਂ ਕੱਢਣ ਦੀ ਸਮਰੱਥਾ ਰੱਖਦਾ ਹੈ। ਤੂੰ ਆਪਣੀ ਅਰਦਾਸ, ਆਪਣੀ ਅਰਜ਼ੋਈ ਉਸ ਸੱਚੇ ਸਾਹਿਬ ਦੇ ਚਰਨਾਂ ਦੇ ਵਿੱਚ ਕਰ। ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਉਧਾਰ, हे ਮੇਰੇ ਗੁਸਾਈ ਮੇਰੀ ਰੱਖਿਆ ਕਰ, ਮੈਨੂੰ ਬਚਾ ਲਾ। ਰੱਖਿਆ ਦੀ ਗੁਹਾਰ ਮਨੁੱਖ ਉਦੋਂ ਹੀ ਲਾਉਂਦਾ ਹੈ ਜਦੋਂ ਆਪਣੇ ਆਪ ਨੂੰ ਭਟਕਿਆ ਹੋਇਆ ਮਹਿਸੂਸ ਕਰਦਾ, ਆਪਣੇ ਆਪ ਨੂੰ ਫਸਿਆ ਹੋਇਆ ਮਾਇਆ ਦੇ ਜਾਲ ਵਿੱਚ ਮਹਿਸੂਸ ਕਰਦਾ, ਤੇ ਉਹ ਬਾਹਰ ਆਉਣਾ ਚਾਹੁੰਦਾ ਹੈ, ਤੇ ਉਹ ਸਤਿਗੁਰੂ ਦੇ ਚਰਨਾਂ 'ਚ ਜਾ ਕੇ ਕਹਿੰਦਾ ਹੈ ਵੀ ਮਹਾਰਾਜ ਮੇਰੀ ਰੱਖਿਆ ਕਰੋ, ਮੈਨੂੰ ਬਚਾ ਲਓ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। ਅਸੀਂ ਤੇਰੇ ਦਰ ਦੇ ਕੁੱਤੇ ਹਾਂ, ਅਸੀਂ ਤੇਰੇ ਦਰ ਦੇ ਕੂਕਰ ਹਾਂ, ਸਾਡੀ ਰੱਖਿਆ ਕਰੋ। ਜਦੋਂ ਅਸੀਂ ਕੂਕਰ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪੜ੍ਹਦੇ ਹਾਂ ਨਾ, ਤੇ ਕੂਕਰ ਦੇ ਕਈ ਸੁਭਾਅ ਆ, ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਆਇਆ। ਮਹਾਰਾਜ ਕਹਿੰਦੇ ਇੱਕ ਉਹ ਕੂਕਰ ਆ ਜਿਹੜਾ ਹਰੇਕ ਦਰਵਾਜ਼ੇ ਤੇ ਜਾ ਕੇ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਤੁਰਿਆ ਫਿਰਦਾ। ਇੱਕ ਉਹ ਆ ਜਿਹੜਾ ਮਾਲਕ ਦੇ ਦਰ ਤੇ ਵੱਜਾ ਵਾ, ਮਾਲਕ ਨੂੰ ਸਮਰਪਿਤ ਆ, ਮਾਲਕ ਦੀ ਕਹਿਣੀ ਕਰਨੀ ਦਾ ਪੱਕਾ ਹੈ, ਮਾਲਕ ਤੋਂ ਬਿਨਾਂ ਦੂਜੇ ਕਿਸੇ ਵੱਲ ਨਹੀਂ ਵੇਖਦਾ। ਜਿਵੇਂ ਬਾਬਾ ਕਬੀਰ ਜੀ ਨੇ ਆਖਿਆ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜ਼ੇਵਰੀ ਜੈ ਖਿੰਚੇ ਤੇ ਜਾਉ। ਕੋਈ ਲਾਲਚੀ ਕੂਕਰ ਹੈ, ਕੋਈ ਤ੍ਰਿਸ਼ਨਾ ਦਾ ਮਾਰਿਆ ਕੂਕਰ ਹੈ ਜਿਹੜਾ ਦੌੜਦਾ ਫਿਰਦਾ, ਭੱਜਿਆ ਫਿਰਦਾ, ਕੋਈ ਮਾਲਕ ਨੂੰ ਸਮਰਪਿਤ ਹੈ। ਇੱਕ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਕੂਕਰ ਆਖਿਆ ਤੇ ਸੁਭਾਅ ਦੱਸਿਆ ਵੀ ਇਹੋ ਜਿਹਾ ਸੁਭਾਅ ਕਿਤੇ ਇਸ ਕੂਕਰ ਦੇ ਸੁਭਾਅ ਵਰਗਾ ਸੁਭਾਅ ਬੰਦੇ ਦਾ ਬਣ ਜਾਏ। ਏਤੇ ਕੂਕਰ ਹੋਂ ਬੈਗਾਨਾ, ਮਹਾਰਾਜ ਮੇਰੇ ਆਲੇ ਦੁਆਲੇ ਕੂਕਰਾਂ ਦੀ ਫੌਜ ਲੱਗੀ ਹੋਈ ਹੈ। ਇਹ ਤ੍ਰਿਸ਼ਨਾ ਤੇ ਲੋਭ ਦੇ ਕੂਕਰ ਮੈਨੂੰ ਖਾਣ ਨੂੰ ਫਿਰਦੇ ਆ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਇਹ ਮੈਨੂੰ ਖਾਣ ਨੂੰ ਫਿਰਦੀ ਹੈ ਤ੍ਰਿਸ਼ਨਾ। ਇਹ ਲਾਲਚ ਦਾ ਕੁੱਤਾ ਮੇਰੀ ਜ਼ਿੰਦਗੀ ਨੂੰ ਨਰਕ ਬਣਾਉਣ ਨੂੰ ਫਿਰਦਾ ਦਾਤਿਆ। ਇਹਨਾਂ ਬਗਾਨਿਆਂ 'ਚ ਮੈਂ ਫਸਿਆ ਹੋਇਆ। ਏਤੇ ਕੂਕਰ ਹੋਂ ਬੈਗਾਨਾ, ਭੌਂਕਾਂ ਇਸ ਤਨ ਤਾਈ। ਮਹਾਰਾਜ ਮੈਂ ਤੇਰੇ ਦਰ ਤੇ ਪੁਕਾਰ ਕਰਦਾ। ਇੰਨੇ ਕੁੱਤਿਆਂ ਦੀ ਫੌਜ ਆਈ, ਮੈਨੂੰ ਮੌਤ ਦਿਸਦੀ ਹੈ, ਮੈਨੂੰ ਆਪਣਾ ਅੱਗਾ ਦਿਸ ਰਿਹਾ, ਮੈਨੂੰ ਆਪਣੇ ਜੀਵਨ ਦੀ ਲੀਲਾ ਸਮਾਪਤ ਹੁੰਦੀ ਨਜ਼ਰ ਆ ਰਹੀ ਹੈ। ਮੈਂ ਤੇਰੇ ਦਰ ਤੇ ਆਇਆ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆ ਗਏ ਬਦਨ ਪਸਾਰ। ਅਸੀਂ ਤੇਰੇ ਦਰ ਤੇ ਆ ਕੇ ਰਜੋਈ ਕਰਦੇ ਆ, ਸਾਨੂੰ ਬਚਾ ਲੈ ਦਾਤਿਆ, ਸਾਨੂੰ ਇਸ ਦਲਦਲ ਵਿੱਚੋਂ ਕੱਢ ਲੈ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਸਤਿਗੁਰੂ ਮੇਰੀ ਰੱਖਿਆ ਕਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਮੈਨੂੰ ਤੇਰੇ ਨਾਮ ਦਾ ਹੀ ਆਸਰਾ ਆ, ਤੇਰੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ ਬਚਾ ਸਕਦਾ। ਮੈਂ ਇਹੀ ਟੇਕ ਲੈ ਕੇ ਚੱਲਿਆ ਹੋਇਆ। ਧਰ ਜੀਅਰੇ ਇੱਕ ਟੇਕ ਤੂੰ, ਲਾ ਬਡਾਨੀ ਆਸ। ਮੈਨੂੰ ਤੇਰਾ ਹੀ ਆਸਰਾ ਸੱਚੇ ਸਾਹਿਬ, ਤੂੰ ਹੀ ਮੈਨੂੰ ਬਚਾ ਸਕਦਾ। ਤੇ ਮਹਾਰਾਜ ਨੇ ਪਹਿਲੇ ਬੰਦ 'ਚ ਆਖਿਆ, ਜਿਹਦੀ ਰੱਖਿਆ ਕਰਨ ਵਾਲਾ ਉਹ ਆਪ ਹੋਵੇ। ਜਦੋਂ ਤੇਰੇ ਅੱਖਾਂ 'ਚੋਂ ਬਿਰਹਾ ਦੇ ਹੰਝੂ ਵਹਿ ਗਏ ਆ, ਜਦੋਂ ਤੇਰੇ ਅੰਦਰੋਂ ਵਰਲਾਪ ਛਿੜਿਆ, ਸਤਿਗੁਰੂ ਦਾ ਪਿਆਰ ਜਾਗਿਆ, ਵਕਾਰਾਂ ਦੀ ਅੱਗ ਠੰਡੀ ਹੋ ਗਈ ਆ, ਤੇ ਯਕੀਨ ਜਾਣੀ ਪਿਆਰਿਆ, ਫਿਰ ਸੱਚੇ ਸਾਹਿਬ ਨੂੰ ਜੇ ਦਿਲੋਂ ਯਾਦ ਕਰਦਾ ਉਹ ਤੇਰੇ ਨਾਲ ਵੀ ਖਲੋਏਗਾ। ਜੇ ਤੇਰਾ ਮਨ ਉਹਦੇ ਚਰਨਾਂ ਵਿੱਚ ਜੁੜਿਆ ਆ, ਉਹ ਤੈਨੂੰ ਪਿੱਠ ਦੇਣ ਵਾਲਾ ਨਹੀਂ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬੜੇ ਵਿਸ਼ਵਾਸ ਨਾਲ ਕਹਿੰਦੇ ਨੇ, ਜਾਂ ਤੂੰ ਸਾਹਿਬ ਤਾਂ ਪਉ ਕਿਹਾ। ਜੇ ਤੂੰ ਨਾਲ ਹੈ ਫਿਰ ਡਰ ਕਾਹਦਾ। ਜਿਨ ਹਰ ਨਰ ਪਉ, ਜਿਨ ਹਰ ਨਰ ਪਉ ਧਿਆਇਆ ਜੀ, ਤਿਨ ਕਾ ਪਉ ਸਭ ਗਵਾਸੀ। ਜਿਨ੍ਹਾਂ ਨੇ ਡਰ ਰਹਿਤ ਵਾਹਿਗੁਰੂ ਨੂੰ ਯਾਦ ਕੀਤਾ, ਉਹਨਾਂ ਦੇ ਅੰਦਰ ਡਰ ਕਾਹਦਾ, ਉਹਨਾਂ ਨੂੰ ਚਿੰਤਾ ਕਾਹਦੀ, ਉਹਨਾਂ ਨੂੰ ਪਰੇਸ਼ਾਨੀ ਕਾਹਦੀ। ਜਾਂ ਤੂੰ ਸਾਹਿਬ ਤਾਂ ਪਉ ਕਿਹਾ,
हाँ तुद बिन किस सालाही, मैं तेरे तो बिना किस सालाही, किहदी सलौता करा, मैं किहदी वडियाई करा, मैं किहदे गुण गावां। मैनू तेरे तो बिना तेरे वर्गा होर दूजा कोई दिसदा ही नहीं, तुद बिन दूजा ना ही कोई। तेरे तो बिना तेरे वर्गा सुंदर कौन है दातिया, तेरे वर्गा गुणां दा खजाना इस संसार विच होर कौन है। तुद बिन किस सलाही, तेरे तो बिना किहदी सलौता करा, तू ही तां बचाउण वाला आ। एक तू तां सब किश है, जदों तू नाल हुन्ना ऐ लगदा सारा संसार ही नाल है। मन नूं टकाव आ, मन नूं संतुष्टि है, मन च सबर है, सब कुछ मन नूं महसूस हुंदा। आनंद विगास खेड़ा जे तू नाल है। जे तू ही नाल नहीं, जे तू ही हिरदे दी धरती ते नहीं वसदा, फिर संसारी अहुदे, संसारी दातां, संसारी शौहरत की करेगी। एक तू तां सब किश है, मैं तुद बिन दूजा नाही। एक तू तां सब किश है, तू नाल हुन्ना ऐ लगदा सारा संसार नाल है। ते सतगुरु दी बाणी कहंदी है तां प्यारिया नाल ही ना हो, है तां हर वेले तेरे नाल है, पर गल यह भी तेनों महसूस नहीं हुंदा। ये जग सच्चे की है कोठड़ी सच्चे का विच वास, वो बनाउण वाला इस कुदरत विच ही वसिया होया है, ਉਹੀ चला रहा। होर दूजा कौन है संसार नूं चलाउण वाला, होर दूजा कौन है इस प्रकृति नूं चलाउण वाला, पर तैनूं महसूस नहीं हुंदा, तू उहनूं महसूस करदा नहीं। जे नाम जपेंगा, ਉਹਦੇ चरनां 'ਚ जुड़ेगा, बाणी दे लड़ लगेगा, हो सकदा जरे जरे विच वसदे होए परमात्मा दे तैनूं दीदार हो जाण, तैनूं दर्शन हो जाण। महाराज गुरु अर्जन साहब कहंदे ने, एक तू तां सब किश है, तू नाल है, सब कुछ नाल है। मैं तुद बिन दूजा नाही, तेरे तो बिना मेरे जिंद दा, मेरे जीवन दा होर कोई दूजा आसरा नहीं है। सतगुरु तू ही तां है। सज्जण सच्चा पातशाह, सिर शाहां दै शाह, जिस पास बैठिया सोही है सबना दा वेसा। तू ही तां दातिया। काश महसूस हो जाए, काश कदे गुरु प्रति भरोसा जाग पे, शरधा जाग पे, प्रेम जाग पे, फिर तो वो दिसेगा ना। जिहदे नाल प्यार है, मुहब्बत है, वो महसूस भी हुंदा है, उहदी याद भी आउंदी है, उहदी याद विच विरहा दे हंझू भी अखां विच बहिंदे ने, विछोड़े दा दर्द भी जागदा आ। जिहदे नाल कोई रिश्ता आ जिहड़ा लगदा मेरा अपना है। दिलों मुहब्बत जिन से सच्चिया, जिन मन होर मुख होर से कांडे कच्चिया। महाराज कहंदे जिन्हां नाल दिलों मुहब्बत है, जिन्हां नाल दिलों सांझ है, जिन्हां नाल कोई दिलों रिश्ता है, उन्हां दी याद भी आउंदी है, वो चेते विच भी रहिंदे ने, वो हर वेले महसूस भी हुंदे ने साडे नाल है। गुर मेरे संग सदा है नाले। पूरे इतिहास विच सिख अपने गुरु नूं महसूस ही तां करदा रहा। हर वेले सिख ने अपने गुरु नूं नेड़े हो के जाने। लखां ਸਿੰਘਾਂ ਦੀਆਂ शहादतां होईयां, मावां ने टोटे करवा के झोलियां च पवा लए। ये गुरु की बख्शिश तो बिना संभव नहीं है प्यारिओ। ये गुरु की शक्ति है, ये गुरु दियां ही दातां ने। ये बल सतगुरु उन्हां शरीरां नूं देण वाला है ਜਿਹੜੇ शरीर अथाह सतगुरु नूं प्यार करते सी, सतगुरु नूं नेड़े हो के जाणदे सी। ये बख्शिशां सतगुरु ने बख्शियां होईयां ने। ਐਵੇਂ नहीं चरखियां थल्ले बह हुंदा, ਐਵੇਂ नहीं पुत्तां दे कलेजे मूँह च पवा हुंदे, ਐਵੇਂ नहीं चरखियां ते चढ़ हुंदा, खोपरियां लहा हुंदियां,
ਉਹਨਾਂ ਨੇ ਗੁਰੂ ਨੂੰ ਨੇੜੇ ਹੋ ਕੇ ਜਾਣਿਆ ਸੀ, ਮਹਿਸੂਸ ਕੀਤਾ ਸੀ। ਮੈਂ ਇੱਕ ਇਤਿਹਾਸ ਦੀ ਘਟਨਾ ਸਾਂਝੀ ਕਰਾਂ ਆਪ ਜੀ ਨਾਲ। 1947 ਵਿੱਚ ਦੇਸ਼ ਦੀ ਵੰਡ ਹੋਈ। ਅਸੀਂ ਵੰਡ ਲਫ਼ਜ਼ ਵਰਤਦੇ ਹਾਂ, ਆਜ਼ਾਦ ਹੋਇਆ ਮੁਲਕ ਵਰਤਦੇ ਹਾਂ, ਪਰ ਸਾਡੇ ਵਡੇਰੇ ਸ਼ਬਦ ਵਰਤਦੇ ਸਨ। ਦੇਸ਼ ਦਾ ਉਜਾੜਾ ਹੋਇਆ ਨੇ, ਵੰਡੀਆਂ ਪੈ ਗਈਆਂ ਨੇ, ਇਹ ਰੌਲਿਆਂ ਵੇਲੇ ਦੀ ਗੱਲ ਹੈ। ਇਹੋ ਜਿਹੇ ਸ਼ਬਦ ਪੰਜਾਬ ਦੇ ਵਿੱਚ ਵਰਤੇ ਜਾਂਦੇ ਸੀ, ਕਿਉਂਕਿ ਵੰਡਿਆ ਪੰਜਾਬ ਗਿਆ, ਵੰਡਿਆ ਸਾਡਾ ਵਿਰਸਾ ਗਿਆ, ਵੰਡਿਆ ਸਾਡਾ ਇਤਿਹਾਸ ਗਿਆ, ਸਾਡੇ ਬਹੁਤ ਸਾਰੇ ਧਾਰਮਿਕ ਸਥਾਨ ਵੰਡੇ ਗਏ, ਪੰਜਾਬ ਦੀ ਹਿੱਕ ਤੇ ਲਕੀਰ ਖਿੱਚ ਦਿੱਤੀ ਗਈ। ਉਸ ਉਜਾੜੇ ਵਿੱਚ, ਉਸ ਰੌਲਿਆਂ ਦੇ ਵਿੱਚ ਇੱਕ ਭੈਣ ਆਪਣੇ ਵੀਰ ਤੋਂ ਵਿਛੜ ਕੇ ਚੜ੍ਹਦੇ ਪੰਜਾਬ ਆ ਗਈ। ਉਹਦਾ ਵੀਰ ਲਹਿੰਦੇ ਪੰਜਾਬ ਚਲਿਆ ਗਿਆ। ਇਸ ਭੈਣ ਦਾ ਜਿਹੜਾ ਗਾਂ ਪੋਤਾ ਸੀ ਸੁਖਪਾਲ ਸਿੰਘ, ਉਹਨੇ ਕਿਤਾਬ ਲਿਖੀ ਰਹਿਣ ਕਥਾਹੂ ਨਾਹੀਂ। ਉਹਨੇ ਕਿਤਾਬ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ। ਕਹਿਣ ਲੱਗਾ ਮੇਰੀ ਦਾਦੀ ਆਪਣੇ ਭਰਾ ਨੂੰ ਉਡੀਕਦੀ ਰਹੀ ਮਿਲਣ ਲਈ, ਵੀ ਕਦੇ ਤਾਂ ਮਾਹੌਲ ਸਹੀ ਹੋਏਗਾ ਤੇ ਮੇਰੇ ਭਰਾ ਨਾਲ ਦੁਬਾਰਾ ਰਿਸ਼ਤਾ ਬਣੇਗਾ, ਦੁਬਾਰਾ ਮੇਰਾ ਮਿਲਾਪ ਹੋਏਗਾ, ਮੈਂ ਦੁਬਾਰਾ ਆਪਣੇ ਪਰਿਵਾਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਾਂਗੀ। ਪਹਿਲਾਂ ਤਾਂ ਯਕੀਨ ਨਹੀਂ ਸੀ। ਕਹਿੰਦਾ ਮੇਰੀ ਦਾਦੀ ਦੱਸਦੀ ਹੈ, ਮੈਂ ਤੁਰਨ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਵਿੱਚ ਆਪਣੇ ਭਰਾ ਨੂੰ ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ ਉਹਦੇ ਪੱਲੇ ਨਾਲ ਬੰਨ੍ਹ ਦਿੱਤਾ। ਵੀਰਾ, ਮੇਰੇ ਸਿਰ ਤੇ ਬਾਪ ਦਾ ਸਾਇਆ ਨਹੀਂ, ਆਪਣੇ ਸਿਰ ਤੇ ਮਾਂ ਨਹੀਂ, ਮੇਰਾ ਸਭ ਕੁਝ ਹੁਣ ਤੂੰ ਹੈ। ਭੈਣਾਂ ਦਾ ਸਭ ਤੋਂ ਵੱਧ ਹੁਣ ਭਰੋਸਾ ਭਰਾਵਾਂ ਤੇ ਹੈ। ਆ ਮੇਰੀ ਜ਼ਿੰਦਗੀ ਦੀ ਦੌਲਤ ਨੂੰ ਸੰਭਾਲ ਕੇ ਰੱਖੀ, ਵਕਤ ਆਏਗਾ ਤੇ ਮੈਂ ਇਹ ਸਾਰੀ ਸ਼ੌਹਰਤ ਤੇਰੇ ਤੋਂ ਹਾਸਲ ਕਰ ਲਵਾਂਗੀ। ਮੈਂ ਆਪਣਾ ਭਰਾ ਤੈਨੂੰ ਜਾਣ ਕੇ, ਆਪਣਾ ਵੀਰ ਜਾਣ ਕੇ, ਆਪਣੇ ਜ਼ਿੰਦਗੀ ਦਾ ਹਿੱਸਾ ਜਾਣ ਕੇ ਸਰਮਾਇਆ ਤੇਰੀ ਝੋਲੀ 'ਚ ਪਾ ਰਹੀ ਹਾਂ। ਕਹਿਣ ਲੱਗਾ ਦਾਦੀ ਮੇਰੀ ਘਰ ਆ ਗਈ, ਵੰਡ ਹੋ ਗਈ, ਉਜਾੜਾ ਹੋਇਆ। ਜਿਹਨੂੰ ਜਿੱਥੇ ਜਿੱਥੇ ਥਾਂ ਮਿਲਿਆ ਉਹਨੇ ਵਾਸਾ ਕਰ ਲਿਆ, ਟਿਕਾ ਕਰ ਲਿਆ। ਜਿੱਥੇ ਕਿਸੇ ਨੂੰ ਜ਼ਮੀਨ ਮਿਲੀ, ਘਰ ਮਿਲਿਆ, ਘਰਾਂ ਦੇ ਘਰ, ਪਰਿਵਾਰਾਂ ਦੇ ਪਰਿਵਾਰ, ਪਿੰਡਾਂ ਦੇ ਪਿੰਡ ਜਿਹੜੇ ਉੱਜੜ ਗਏ ਸਨ। ਕਹਿੰਦਾ ਟਿਕ ਟਿਕਾ ਤੋਂ ਬਾਅਦ ਮੇਰੀ ਦਾਦੀ ਦਾ ਭਰਾ ਮੇਰਾ ਮਾਮਾ ਆਪਣੀ ਭੈਣ ਨੂੰ ਮਿਲਣ ਆਇਆ। ਮੈਂ ਜਾ ਕੇ ਪਤਾ ਤਾਂ ਲਵਾਂ ਆਪਣੀ ਭੈਣ ਦਾ। ਕਹਿੰਦਾ ਜਦੋਂ ਮੇਰਾ ਮਾਮਾ ਮਿਲਣ ਆਇਆ ਤੇ ਮੇਰੀ ਭੈਣ ਨੇ ਆਖਿਆ, ਗੱਲਾਂ ਬਾਤਾਂ ਹੋਈਆਂ, ਦੁੱਖ ਸੁੱਖ ਸਾਂਝੇ ਕੀਤੇ, ਵਾਹਿਗੁਰੂ ਦਾ ਸ਼ੁਕਰ ਕੀਤਾ। ਅਸੀਂ ਜਿਉਂਦੇ ਜਾਗਦੇ ਦੁਬਾਰਾ ਫਿਰ ਇਕੱਠੇ ਹੋ ਰਹੇ ਹਾਂ। ਹਾਲਾਤ ਇਦਾਂ ਦੇ ਸਨ, ਬੰਦੇ ਦੇ ਖੂਨ ਦਾ ਪਿਆਸਾ ਹੋ ਗਿਆ ਸੀ। ਆਂਦਾ ਗੱਲਾਂ ਦੇ ਵਿੱਚੋਂ ਮੇਰੀ ਦਾਦੀ ਨੇ ਆਪਣੇ ਭਰਾ ਨੂੰ, ਮੇਰੇ ਮਾਮੇ ਨੂੰ ਪੁੱਛਿਆ, ਵੀ ਵੀਰਾ, ਮੈਂ ਆਪਣੇ ਸਾਰੇ ਗਹਿਣੇ ਲਾ ਕੇ ਤੈਨੂੰ ਫੜਾ ਦਿੱਤੇ ਸਨ, ਮੈਂ ਆਪਣਾ ਸਰਮਾਇਆ ਤੈਨੂੰ ਲਾ ਕੇ ਫੜਾ ਦਿੱਤਾ ਸੀ, ਵੀਰਾ ਸੰਭਾਲਿਆ ਆ? ਕਹਿੰਦਾ ਜਵਾਬ ਅੱਗੋਂ ਆਇਆ ਭਰਾ ਦਾ। ਕਹਿਣ ਲੱਗਾ ਭੈਣੇ ਮੈਨੂੰ ਮਾਫ ਕਰ ਦੇਈਂ, ਮੈਂ ਤੇਰੇ ਗਹਿਣੇ, ਤੇਰੀ ਜ਼ਿੰਦਗੀ ਦਾ ਸਰਮਾਇਆ ਸੰਭਾਲ ਨਹੀਂ ਸਕਿਆ। ਕਹਿਣ ਲੱਗਾ 2 ਸੈਕਿੰਡ ਮੈਂ ਆਪਣੀ ਦਾਦੀ ਦੇ ਚਿਹਰੇ ਵੱਲ ਵੇਖਿਆ। ਉਹਦੇ ਮਨ ਵਿੱਚ ਇੱਕ ਚਿਹਰੇ ਤੇ ਗੁੱਸਾ ਦਾ ਝਲ ਗਿਆ ਵੀ ਮੇਰੇ ਭਰਾ ਨੇ ਵੀ ਮੇਰੇ ਸਰਮਾਏ ਨੂੰ ਨਾ ਸਾਂਭਿਆ, ਭਰਾ ਨੇ ਵੀ ਦਿੱਤੀ ਦੌਲਤ ਦੀ ਕਦਰ ਨਾ ਕੀਤੀ। ਕਹਿੰਦਾ ਅਜੇ ਦਾਦੀ ਸੋਚ ਕੇ ਕੁਛ ਬੋਲਣ ਲੱਗੀ ਸੀ, ਅੱਗਿਓਂ ਭਰਾ ਨੇ, ਮੇਰੇ ਮਾਮੇ ਨੇ ਜਵਾਬ ਦਿੱਤਾ, ਭੈਣੇ ਮੇਰੇ ਕੋਲੇ ਕੋਈ ਰਾਹ ਨਹੀਂ ਸੀ ਬਚਿਆ। ਇੱਕ ਪਾਸੇ ਤੇਰੇ ਦਿੱਤੇ ਹੋਏ ਖਜ਼ਾਨੇ ਦੀ ਪੰਡ ਸੀ, ਜਾਂ ਤਾਂ ਮੈਂ ਉਹ ਸੰਭਾਲਦਾ, ਜਾਂ ਮੈਂ ਸੋਨਾ ਚਾਂਦੀ ਸੰਭਾਲਦਾ, ਤੇਰੀ ਜ਼ਿੰਦਗੀ ਦਾ ਸਰਮਾਇਆ ਸੰਭਾਲਦਾ। ਔਰ ਇੱਕ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ, ਜਾਂ ਮੈਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਸਰੂਪ ਦੀ ਸੰਭਾਲ ਕਰਦਾ। ਮੈਂ ਬਿਨਾਂ ਸੋਚਿਆਂ ਸਮਝਿਆਂ, ਬਿਨਾਂ ਦੇਰੀ ਲਾਇਆ, ਤੇਰੇ ਸਾਰੇ ਖਜ਼ਾਨੇ ਦੀ ਪੰਡ ਮੈਂ ਭੈਣੇ ਉੱਥੇ ਰੱਖ ਆਇਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਮੈਂ ਬੜੇ ਸਤਿਕਾਰ ਸਹਿਤ ਟਿਕਾਣੇ ਤੇ ਪੁੱਜਦਾ ਕੀਤਾ, ਮਰਿਆਦਾ ਦੇ ਨਾਲ ਉਹਨੂੰ ਸੰਭਾਲਿਆ। ਮੈਨੂੰ ਮਾਫ ਕਰ ਦੇ ਭੈਣੇ, ਮੈਂ ਤੇਰੀਆਂ ਦਿੱਤੀਆਂ ਇਹਨਾਂ ਦਾਤਾਂ ਨੂੰ ਸੰਭਾਲ ਨਾ ਸਕਿਆ, ਕਿਉਂਕਿ ਮੇਰੇ ਕੋਲੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਸੀ, ਤੇ ਸਤਿਗੁਰੂ ਨੇ ਇਹ ਸਰੂਪ ਸੰਭਾਲਣ ਦੀ ਮੇਰੀ ਡਿਊਟੀ ਲਾਈ ਸੀ। ਕਹਿਣ ਲੱਗਾ ਮੇਰੀ ਦਾਦੀ ਉੱਠੀ, ਉੱਠ ਕੇ ਆਪਣੇ ਭਰਾ ਦਾ
ਮੱਥਾ ਚੁੰਮਦਿਆਂ ਹੋਇਆਂ ਗਲ ਲਾ ਕੇ ਅੱਖਾਂ 'ਚ ਹੰਝੂ ਬਹਾਉਂਦੀ ਹੋਈ ਬੋਲੀ, ਕਹਿਣ ਲੱਗੀ, ਵੀਰਾ ਤੇਰੇ ਵਰਗੇ ਭਰਾ ਘਰ ਘਰ ਪੈਦਾ ਹੋਣ, ਦੁਨੀਆ ਦੀ ਹਰ ਸ਼ੈ ਦੁਆਰਾ ਮਿਲ ਜਾਂਦੀ ਹੈ, ਪਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਰਹਿਬਰ ਦੁਬਾਰਾ ਨਹੀਂ ਮਿਲਦਾ। ਸਿੱਖ ਨੂੰ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਸਭ ਤੋਂ ਪਹਿਲਾਂ ਸਿੱਖ ਲਈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਹੈ। ਭੱਠ ਪਵੇ ਸੋਨਾ, ਭੱਠ ਪਵੇ ਸ਼ੌਹਰਤ, ਜੇ ਮੇਰੇ ਗੁਰੂ ਨੂੰ ਉੱਥੇ ਰੋਲਿਆ ਜਾਂਦਾ, ਮੇਰੇ ਤਨ ਤੇ ਪਾਇਆ ਗਹਿਣਾ ਸੋਹਣਾ ਨਹੀਂ ਸੀ ਲੱਗਣਾ। ਜੇ ਮੇਰੇ ਗੁਰੂ ਦਾ ਨਰਾਦਰ ਹੋ ਜਾਂਦਾ, ਜੇ ਮੇਰੇ ਗੁਰੂ ਦੀ ਬੇਅਦਬੀ ਹੋ ਜਾਂਦੀ, ਸਾਰੀ ਜ਼ਿੰਦਗੀ ਮੇਰੇ ਮਨ ਨੂੰ ਚੈਨ ਨਹੀਂ ਸੀ ਆਉਣਾ। ਮੈਂ ਅਰਦਾਸ ਕਰਦੀ ਹਾਂ ਸੱਚੇ ਸਾਹਿਬ ਦੇ ਚਰਨਾਂ ਵਿੱਚ, ਤੇਰੇ ਵਰਗੇ ਵੀਰ ਘਰ ਘਰ ਪੈਦਾ ਹੋਣ, ਜਿਹੜੇ ਦੁਨਿਆਵੀ ਦੌਲਤ ਸ਼ੌਹਰਤ ਤੋਂ ਕਿਤੇ ਉੱਪਰ ਆਪਣੀ ਆਤਮਾ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਰੱਖਦੇ ਆ। ਜੋ ਸੁਖਪਾਲ ਸਿੰਘ ਨੇ ਕਿਤਾਬ 'ਚ ਜ਼ਿਕਰ ਕੀਤਾ ਵੀ ਇੰਨਾ ਸਤਿਕਾਰ ਸਨੇਹ ਸੀ ਵੀ ਆਪਣੀ ਜ਼ਿੰਦਗੀ ਦਾ ਪੂਰਾ ਸਰਮਾਇਆ, ਆਪਣੀ ਜ਼ਿੰਦਗੀ ਵੀ ਦਾਅ ਤੇ ਲਾ ਕੇ, ਆਪਣੀਆਂ ਅੱਖਾਂ ਘਟਾ ਕੇ, ਹੱਥ ਘਟਾ ਕੇ, ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ, ਭੁੱਖੇ ਰਹਿ ਕੇ ਵੀ ਸਿੱਖ ਗੁਰੂ ਨੂੰ ਹਰ ਵੇਲੇ ਨੇੜਿਓਂ ਹੋ ਕੇ ਜਾਣਦਾ ਸੀ, ਗੁਰੂ ਦਾ ਸਤਿਕਾਰ ਕਰਦਾ ਸੀ, ਗੁਰੂ ਨੂੰ ਮਹਿਸੂਸ ਕਰਦਾ ਸੀ। ਹੈ ਤਾਂ ਉਹ ਜਰੇ ਜਰੇ 'ਚ, ਹੈ ਤਾਂ ਉਹ ਸਭ ਕੁਝ ਦੇਣ ਵਾਲਾ ਹੈ ਤਾਂ ਉਹ ਸਭ ਕੁਝ ਸਾਡੀ ਝੋਲੀ ਵਿੱਚ ਪਾਉਣ ਵਾਲਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਆ, ਬੰਦਿਆਂ ਮਹਿਸੂਸ ਤਾਂ ਕਰੋ। ਗੱਲ ਤਾਂ ਮਹਿਸੂਸ ਕਰਨ ਦੀ ਹੈ, ਗੱਲ ਤਾਂ ਨੇੜੇ ਹੋ ਕੇ ਜਾਣਨ ਦੀ ਹੈ। ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਧ ਬਿਨ ਦੂਜਾ ਨਾਹੀ, ਕਾਹੇ ਰੇ ਬਨ ਖੋਜਣ ਜਾਈ, ਕਾਹੇ ਰੇ ਬਨ ਖੋਜਣ ਜਾਈ। ਤੂੰ ਕਿੱਥੇ ਲੱਭਦਾ ਫਿਰਦਾ? ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਲੋੜੈ, ਵਸੀ ਰੱਬ ਹਿਆਲੀਐ, ਜੰਗਲ ਕਿਆ ਟੂੰਡੈ। ਤੂੰ ਕਿੱਥੇ ਲੱਭਦਾ ਫਿਰਦਾ? ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਲੋੜੈ। ਤੂੰ ਕੰਡੇ ਮਿੱਧਦਾ ਫਿਰਦਾ, ਉਹ ਤਾਂ ਤੇਰੇ ਅੰਦਰ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਪੁਲਾਹੀ। ਕਿਹੜੇ ਭੁਲੇਖੇ 'ਚ ਪੈ ਗਿਆ? ਨੇੜੇ ਹੋ ਕੇ ਜਾਣ ਤਾਂ ਸਹੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਆਇਆ। ਤੇਰੇ ਅੰਦਰ ਸੀ, ਕਦੇ ਮਹਿਸੂਸ ਤਾਂ ਕਰਦਾ। ਪਰ ਗੁਰੂ ਅਰਜਨ ਸਾਹਿਬ ਕਹਿੰਦੇ, ਸਾਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ। ਤੂੰ ਨਾਲ ਹੁੰਨਾ ਤੇ ਸਾਨੂੰ ਐਂ ਲੱਗਦਾ ਸਾਰਾ ਸੰਸਾਰ ਸਾਡੇ ਨਾਲ ਹੈ। ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਧ ਬਿਨ ਦੂਜਾ ਨਾਹੀ। ਮੇਰਾ ਤੇਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ। ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਸ਼ਬਦ ਵਰਤੇ। ਕਹਿਣ ਲੱਗੇ, ਜਾਣੈ ਬਿਰਥਾ, ਬਿਰਥਾ ਹੁੰਦੀ ਅਵਸਥਾ, ਅੰਦਰਲੀ ਅਵਸਥਾ। ਜਾਣੈ ਬਿਰਥਾ ਸਭਾ ਮਨ ਕੀ, ਹੋਰ ਕਿਸ ਪੈ ਆਖ ਸੁਣਾਈਐ। ਕਿਹਨੂੰ ਸੁਣਾਈਏ? ਹੋਰ ਕਿਹਦੇ ਅੱਗੇ ਬਿਆਨ ਕਰੀਏ? ਸਭ ਕੁਝ ਤੇ ਤੂੰ ਜਾਣਨ ਵਾਲਾ ਆ। ਸਾਡੇ ਅੰਦਰਲੀ ਗੱਲ, ਜਿਹਨੂੰ ਬਿਮਾਰੀ ਪਤਾ ਹੈ ਉਹਦੇ ਕੋਲੇ ਇਲਾਜ ਵੀ ਹੈ। ਜਿਹਨੂੰ ਬਿਮਾਰੀ ਨਹੀਂ ਪਤਾ ਉਹ ਇਲਾਜ ਨਹੀਂ ਕਰ ਸਕਦਾ। ਸਤਿਗੁਰੂ ਤੂੰ ਸਭ ਕੁਝ ਜਾਣਦਾ ਆ, ਤੇ ਮੈਂ ਆਪਣੇ ਦੁੱਖ ਕਿਹਦੇ ਕੋਲੇ ਜਾ ਕੇ ਫਰੋਲਾਂ? ਕਿਸ ਪੈ ਖੋਲੋਂ ਗੰਠੜੀ, ਦੁਖੀ ਭਰਿਆ ਆ। ਮੈਂ ਜਿਹਦੇ ਕੋਲੇ ਖੋਲਦਾ ਉਹ ਆਪ ਦੁਖੀ ਆ। ਜਿਨ੍ਹਾਂ ਵੈਦਾਂ ਕੋਲੇ ਗਿਆ ਉਹ ਬਿਮਾਰ ਹੈ, ਜਿਨ੍ਹਾਂ ਨੂੰ ਜਾ ਕੇ ਦੱਸਦਾ ਉਹ ਵਿਚਾਰੇ ਆਪ ਰੋਗਾਂ ਨਾਲ ਨੱਕੋ ਨੱਕ ਭਰੇ ਹੋਏ ਆ। ਜਾਣੈ ਬਿਰਥਾ ਸਭਾ ਮਨ ਕੀ, ਹੋਰ ਕਿਸ ਪੈ ਆਖ ਸੁਣਾਈਐ। ਕਿਹਦੇ ਅੱਗੇ ਦਸੀਏ? ਕਿਹਦੇ ਅੱਗੇ ਆਪਣੀ ਆਤਮਾ ਦੀਆਂ ਉਹ ਬਿਮਾਰੀਆਂ ਜ਼ਾਹਰ ਕਰੀਏ? ਕਿਹਦੇ ਅੱਗੇ ਰੋਗਾਂ ਦਾ ਇਜ਼ਹਾਰ ਕਰੀਏ? ਸਭ ਕੁਝ ਤੂੰ ਹੀ ਤੇ ਜਾਣਦਾ ਹੈ। ਸਭ ਕੁਝ ਤੈਨੂੰ ਤੇ ਪਤਾ ਹੈ ਦਾਤਿਆ।
ਬਿਨ ਨਾਵੇਂ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਭ ਜਗ ਬੌਰਾਇਆ, ਦੁਨੀਆ ਬੌਰੀ ਹੈ। ਨਾਮ ਮਿਲੇ ਸੁਖ ਪਾਈਐ, ਇਹ ਜਵਾਬ ਇਹ ਆਇਆ। ਮਹਾਰਾਜ ਕਹਿੰਦੇ ਭਾਵੇਂ ਰੋਗੀਆਂ ਪਿਆਰਿਆ, ਅਸੀਂ ਸਮਝਦੇ ਹਾਂ ਵੀ ਤੇਰੇ ਅੰਦਰਲੀ ਅਵਸਥਾ ਕੀ ਹੈ। ਜਰੇ ਜਰੇ ਚ ਵਸਣ ਵਾਲਾ ਸਾਡੇ ਅੰਦਰ ਨੂੰ ਜਾਣਦਾ ਆ, ਸਮਝਦਾ। ਜਿਹਨੇ ਘੜਿਆ ਸਵਾਰਿਆ ਉਹਨੂੰ ਪਤਾ ਸਾਡੇ ਚ ਕੀ ਕੀ ਕਮਜ਼ੋਰੀਆਂ ਨੇ, ਕੀ ਕੀ ਘਾਟਾਂ ਨੇ। ਤੇ ਜਵਾਬ ਦਿੱਤਾ ਮਹਾਰਾਜ ਨੇ, ਪਰਮਾਤਮਾ ਦੇ ਨਾਮ ਤੋਂ ਬਿਨਾ ਦੁਨੀਆ ਬੌਰੀ ਹੈ। ਨਾਮ ਮਿਲੇ ਸੁਖ ਪਾਈਐ। ਕਿਆ ਕਹੀਏ, ਕੀ ਕਹੀਏ, ਕਿਸ ਆਕ ਸੁਣਾਈਏ, ਕਿਹਦੇ ਕਿਹਦੇ ਕੋਲੇ ਕਹੀਏ ਮਹਾਰਾਜ। ਜੋ ਕਹਿਣਾ ਪ੍ਰਭ ਜੀ ਪਾਸ, ਜੋ ਕਹਿਣਾ ਅਸੀਂ ਤੇਰੇ ਕੋਲੇ ਕਹਿਣਾ, ਤੂੰ ਹੀ ਜਾਣਦਾ। ਸਭ ਕਿਛ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ। ਜਿੰਨਾ ਚਿਰ ਸਿੱਖ ਆਪਣੇ ਅੰਦਰਲੀ ਵੇਦਨਾ ਦਾ ਇਜ਼ਹਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਾਣੀ ਪੜ੍ਹਦਿਆਂ ਕਰਦਿਆਂ ਰਿਹਾ ਨਾ, ਉਹਨਾਂ ਚਿਰ ਕੌਮ ਚੜ੍ਹਦੀ ਕਲਾ 'ਚ ਰਹੀ, ਕੋਈ ਸਮੱਸਿਆ ਨਹੀਂ ਆਈ। ਜਦੋਂ ਆਪਣੇ ਦਿਲ ਦਾ ਬੋਝ ਹਰੇਕ ਜਗ੍ਹਾ ਤੇ ਖਿਲਾਰਨਾ ਸ਼ੁਰੂ ਕਰ ਦਿੱਤਾ, ਝੂਠੇ ਤੇ ਲੋਭੀ ਲੋਕਾਂ ਨੇ ਸਾਡੀਆਂ ਇਹਨਾਂ ਕਮਜ਼ੋਰੀਆਂ ਦਾ ਲਾਹਾ ਲਿਆ। ਮਹਾਰਾਜ ਕਹਿੰਦੇ ਨੇ, ਜੋ ਅਸੀਂ ਕਹਿਣਾ ਤੈਨੂੰ ਪਤਾ ਆ, ਤੇ ਸਾਡੀ ਵੇਦਨਾ ਤੂੰ ਹੀ ਜਾਣਦਾ ਆ, ਤੇਰੇ ਕੋਲੇ ਹੀ ਅਸੀਂ ਬਿਆਨ ਕਰਨੀ ਹੈ। ਕਿਆ ਕਹੀਏ ਕਿਸ ਆਕ ਸੁਣਾਈਏ, ਜੋ ਕਹਿਣਾ ਪ੍ਰਭ ਜੀ ਪਾਸ। ਤੈਨੂੰ ਪਤਾ ਦਾਤਿਆ ਕੀ ਹਾਲਤ ਹੈ ਅੰਦਰਲੀ। ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਅਸੀਂ ਚਿੰਤਾ ਦੀ ਮੰਜੀ ਤੇ ਪਏ ਹੋਏ ਹਾਂ। ਬਿਰੈ ਵਛਾਵਣ ਲੇਫ, ਅਸੀਂ ਵਿਛੋੜੇ ਦੀ ਤਲਾਈ ਵਿਛਾਈ ਹੋਈ ਆ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ। ਤੂੰ ਵੇਖਦਾ ਤੇ ਆ ਜ਼ਿੰਦਗੀ ਹੈ ਸਾਡੀ, ਇਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ ਅਸੀਂ, ਇਹੋ ਜਿਹੀ ਹਾਲਤ ਹੈ ਸਾਡੇ ਅੰਦਰਲੀ। ਚਿੰਤਾਵਾਂ ਤੇ ਰੋਗਾਂ ਨਾਲ ਜੀਵਨ ਗਰਸਿਆ ਹੋਇਆ ਆ। ਸਭ ਕੁਛ ਕੀਤਾ, ਸਾਰੀ ਪਾਵਰ ਤੇਰੇ ਕੋਲੇ ਆ। ਤੂੰ ਸਕਿੰਟਾਂ ਦੇ ਵਿੱਚ ਬਦਲ ਸਕਦਾ ਸਭ ਕੁਝ। ਕੱਚੋ ਕੰਚਨ ਭਇਓ, ਤੂੰ ਕੱਚ ਤੋਂ ਸੋਨਾ ਬਣਾ ਸਕਦਾ। ਸ਼ਬਦ ਗੁਰ ਸ਼ਰਵਣ ਸੁਣਿਓ, ਲੋਹੋ ਹੋਇਓ ਲਾਲ, ਤੂੰ ਲੋਹੇ ਤੋਂ ਲਾਲ ਬਣਾ ਸਕਦਾ। ਪਤਾ ਨਹੀਂ ਕਿੰਨੇ ਰਾਮ ਜੀ ਦਾਸ ਵਰਗੇ ਭਗਤ ਪੂਰਨ ਸਿੰਘ ਬਣਾਏ। ਚੂਨਾ ਮੰਡੀ ਲਾਹੌਰ ਦੀਆਂ ਗਲੀਆਂ ਵਿੱਚ ਖੇਡਦੇ ਹੋਏ ਭਾਈ ਜੇਠੇ ਵਰਗੇ ਗੁਰੂ ਰਾਮਦਾਸ ਮਹਾਰਾਜ ਬਣ ਗਏ। ਸੰਸਾਰ ਉਹਨਾਂ ਦੇ ਕਦਮਾਂ ਵਿੱਚ ਝੁਕਦਾ ਜਾ ਕੇ। ਤੂੰ ਲੋਹੇ ਲਾਲ ਬਣਾਏ ਦਾਤਿਆ। ਇੱਥੇ ਸੱਜਣ ਠੱਗ ਵਰਗੇ ਭਾਈ ਸੱਜਣ ਬਣ ਗਏ, ਕੌਡੇ ਰਾਗਸ਼ ਵਰਗੇ ਭਾਈ ਕੌਡੇ ਬਣ ਗਏ। ਇਹ ਤੇਰੀਆਂ ਬਖਸ਼ਿਸ਼ਾਂ ਨੇ ਦਾਤਿਆ, ਇਹ ਤੇਰੀਆਂ ਰਹਿਮਤਾਂ ਨੇ। ਸਭ ਕੁਛ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ। ਸਾਨੂੰ ਤੇਰੀ ਆਸ ਆ। ਆਸ ਵੀ ਉਹਦੇ ਤੇ ਲਾਉਂਦਾ ਬੰਦਾ ਜਿਹੜਾ ਪੂਰੀਆਂ ਕਰਦਾ, ਭਰੋਸਾ ਵੀ ਉਹਦੇ ਤੇ ਕਰਦਾ ਜਿਹੜਾ ਤੋੜਦਾ ਨਹੀਂ। ਮਾਫ ਕਰਿਓ ਭਾਗਾਂ ਵਾਲਿਓ, ਤਤੀਆਂ ਤਵੀਆਂ ਤੇ ਬਹਿ ਗਏ ਸਾਡੇ ਬਜ਼ੁਰਗ, ਪਰ ਉਹਨਾਂ ਨੇ ਸਾਡੇ ਭਰੋਸੇ 'ਚ ਤਰੇੜ ਨਹੀਂ ਆਉਣ ਦਿੱਤੀ। ਪੁੱਤਾਂ ਦੇ ਕਲੇਜੇ ਪਵਾ ਲਏ, ਸ਼ਹਾਦਤਾਂ ਹੋ ਗਈਆਂ, ਲੇਕਿਨ ਉਹਨਾਂ ਨੇ ਸਾਡੇ ਭਰੋਸੇ ਨੂੰ ਤੋੜਿਆ ਨਹੀਂ। ਉਹਨਾਂ ਨੇ ਸਾਡੇ ਵਿਸ਼ਵਾਸ ਨੂੰ ਤੋੜਿਆ ਨਹੀਂ। ਜੇ ਆਸ ਲਾਈ ਆ ਨਾ ਅਸੀਂ ਉਹਦੇ ਤੇ, ਜੇ ਅਸੀਂ ਭਰੋਸਾ ਕੀਤਾ ਨਾ ਸੱਚੇ ਸਾਹਿਬ ਤੇ ਸਾਡਾ ਭਰੋਸਾ ਸਤਿਗੁਰੂ ਨੇ ਟੁੱਟਣ ਵੀ ਨਹੀਂ ਦਿੱਤਾ। ਤਾਂ ਹੀ ਤਾਂ ਪਤਾ ਨਹੀਂ ਕਿੰਨੀਆਂ ਕਲਮਾਂ ਨੇ, ਕਿੰਨਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਲਿਖਿਆ ਹੈ। ਬੜਾ ਸੋਹਣਾ ਲਿਖਿਆ ਕਵੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਸਤਤ ਵਿੱਚ। ਮਹਾਨੂਰ ਬਹਾਰਾਂ ਦੇ ਜਨਮ ਦਾਤਾ, ਛੇੜਾਂ ਕਿਸ ਤਰ੍ਹਾਂ ਤੇਰੀ ਗੁਲਜ਼ਾਰ ਦੀ ਗੱਲ। ਫੁੱਲ ਕੁੱਲ ਕਾਇਨਾਤ ਦੇ ਟੁੱਟ ਪੈਣੇ, ਛਿੜੀ ਜਦੋਂ ਅਜੀਤ ਜਜ਼ਾਰ ਦੀ ਗੱਲ। ਬੁੱਢੇ ਅਰਸ਼ ਦੀ ਕਮਰ ਨਾ ਟੁੱਟ ਜਾਏ, ਬੁੱਢੇ ਅਰਸ਼ ਦੀ ਕਮਰ ਨਾ ਟੁੱਟ ਜਾਏ। ਛਿੜਦੀ ਜਦੋਂ ਸਰਹੰਦ ਦੀਵਾਰ ਦੀ ਗੱਲ।
महाराज ऐसियां बख्शिशां कीतियां तू कौम ते, तेरी वडियाई ਲਈ शब्द छोटे ने, कलमां छोटियां पै जांदियां, शब्द छोटे पै जांदे आ। गिठ गिठ लालियां चढ़दियां किणकियां ते, छिड़दी जदों भी तेरे परिवार दी गल, गल्लां हैन अनेक जहान उत्ते, गल्लां हैन अनेक जहान उत्ते, छेड़ा किस तरह तेरे उपकार दी गल, मेरी कलम च इतनी जान किथे, छेड़ा किस तरह तेरे उपकार दी गल। मैं तां तेरे परोपकारां नूं बयान ही नहीं कर सकदा। तेरियां बख्शिशां दा खजाना अथाह है कलंगियां वालिया। साडी जुबान उन्हां बख्शिशां नूं, उन्हां गुणां नूं बयान करन वाली नहीं। सतगुरु सच्चे पातशाह जी ने बख्शिश कीती है, कहन लगे सब किश कीता तेरा वरतै, सदा सदा तेरी आस। सानू तेरी आस है, सानू तेरा भरोसा है। जे दे वडियाई तां तेरी वडियाई, जीवन दिता तू, मां दे गर्भ विच 9 महीने रखिया तू, ये बख्शिशां तेरियां ही आ दातिया। ये दौलतां तू ही पाईयां साडी झोली विच। ये संसार विखाउण वाला, ये सोहनी जिंदगी देण वाला तू आप ही है। जदों हौं आ जांदी असीं टुट जाने उहदे च। यही मसला बनिया वंडियां दा, रौलियां दा, नफरत इत्थों ही पैदा हुई। जदों हर बंदे नूं ये लगन लग गया मैं सब कुछ है, मेरे तो वध सियाणा समझदार सुलझिया होया बंदा संसार ते नहीं हैगा, इत्थे जाके वखरेवियां ने जन्म लै लिया। तवियां ते बह के आरियां नाल चिरवा के पुत्तां दे कलेजे मूँह च पवा के सिख ने कदे नहीं सी आख्या मैं अपने बल ना कर रहा। घोड़े दियां काठियां ते बैठे रहे, छोलियां दी मुठ नाल गुजारा कीता साडियां बजुर्गां नाल, पर कदे दावा नहीं कीता भी ये सब कुछ असीं कर रहे हां। कहन लगे दातिया साडे च पावर कित्थे है, साडे च समर्था कित्थे है भी असीं इन्हां हालातां नाल लड़ सकदे सी। ये तां तेरियां रहमतां ने, ये तां तेरियां बख्शिशां ने। भाई दयाला जी वर्गे गर्म पानी च बह गए, गर्म पानी च बह के जिन्हां नूं पानी गर्म महसूस नहीं होया और उन्हां दी आत्मिक अवस्था इन्नी उच्ची सी, उन्हां आख्या नहीं दातिया साडे हत्थ ते तां कदे 2 तौंके गर्म पानी दे पै जाण असीं चीख उठदे सां। ये तेरी रहमत धन गुरदेव गुरु तेग बहादुर साहब, अज तेरा पुੱਤ दयाला आरे विच भाई दयाला अज देग दे उबाले खा के भी शांत बैठा। मती दास ने बड़ी वार ये गल मन च महसूस की, दातिया साडी समर्था कित्थे सी, असीं तां कोई झरीट आ जानी हत्थ ते तराह निकल जांदे सन। कोई दातिया ये तेरियां ही बख्शिशां ने अज आरियां दे थल्ले बह के आउण वालियां नस्लां लई पूरने पवारे हैं तू आप ही है, साडे च समर्था कित्थे। जलाद आखदा दस का मती दासा, तेरी आखरी इच्छा हल होवे। की चाहिदा तेरा, कुछ लोड़ है उन्होंने लग्या शायद मौत के दरवाजे ते खड़ा होया सिख कंबदा होएगा, डरदा होएगा, मैं होर झंझोड़ के देखा शायद मेरी गल मन ले, क्योंकि मारन तो पहला मनाउण नूं ज़्यादा तरजीह दिंदे सन। खत्म तो उहनूं करदे सन जिहड़ा झुकदा नहीं सी। जलाद आखदा दस का मती दासा, हो तेरी आखरी इच्छा हल होवे। वो कहन लगा जदों मेरे सीस ते चले आरा, ये जवाब सी भाई मती दास दा, मेरा मुख मेरे गुरु दे वल होवे, मेरा मुंह मेरे गुरु पातशाह वल होवे। लोकी ना कहण तुरिया सी आनंदपुर तो बड़े चावां नाल, अज दिल्ली दी धरती ते आरा वेख के मती दास कंब गया। मेरे दुफाड़ होए शरीर नूं वेख के पता नहीं किन्नियां ने गुरु नानक दे घर वल मूँह करने हैं, आरे दा चीर सिद्धा पाई जलादा, कदे चीर ना विंगा पा दे। तो कहंदा दातिया ये तेरियां ही बख्शिशां ने, मैं कौन। मती दास विच इन्नी समर्था कित्थे भला, ये तां तेरी रहमत है, तां तेरी बख्शिश है दातिया।
ਪੂਰੇ ਇਤਿਹਾਸ ਵਿੱਚ ਸਿੱਖ ਇਹੀ ਕਹਿੰਦਾ ਰਿਹਾ। ਬਾਬਾ ਮੋਤੀ ਰਾਮ ਮਹਿਰਾ ਜੀ ਵਰਗੇ, ਸ਼ਵੇਗ ਸਿੰਘ ਜੀ ਵਰਗੇ, ਸ਼ਹਬਾਜ਼ ਸਿੰਘ ਵਰਗੇ, ਮਹਾਰਾਜ ਇਹ ਤੇਰੀਆਂ ਹੀ ਵਡਿਆਈਆਂ ਨੇ, ਤੇਰੀਆਂ ਹੀ ਬਖਸ਼ਿਸ਼ਾਂ ਨੇ। ਪੂਰੀ ਜ਼ਿੰਦਗੀ ਕੌਮ ਦੀ ਸੇਵਾ ਕਰਕੇ ਭਗਤ ਪੂਰਨ ਸਿੰਘ ਜਾਂਦੀ ਵਾਰ ਇਹ ਕਹਿੰਦਾ ਹੈ ਵੀ ਇਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਆ। ਅਸੀਂ ਕੌਣ ਆ? ਜੇ ਦੇ ਵਡਿਆਈ ਤਾਂ ਤੇਰੀ ਵਡਿਆਈ, ਇਤੀ ਉਤ ਤੁਝੇ ਧਿਆਓ। ਮੈਂ ਤੈਨੂੰ ਧਿਆਉਂਦਾ ਰਵਾਂ, ਇਹ ਦਾਤ ਝੋਲੀ ਚ ਪਾ। ਤੇਰੇ ਗੁਣ ਗਾਉਂਦਾ ਰਵਾਂ, ਤੇਰੇ ਚਰਨਾਂ ਨਾਲ ਜੁੜਿਆ ਰਵਾਂ। ਨਾਨਕ ਕੇ ਪ੍ਰਭ ਸਦਾ ਸੁਖ ਦਾਤੇ। ਨਾਨਕ ਜੀ ਦਾ ਪ੍ਰਭੂ ਸਦਾ ਸੁਖ ਦੇਣ ਵਾਲਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈਐ। ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈਂ ਤਾਣ ਤੇਰਾ ਇੱਕ ਨਾਉ। ਮੈਨੂੰ ਆਸਰਾ ਵਾ ਸਿਰਫ ਤੇਰੇ ਨਾਮ ਦਾ। ਮੈਂ ਤਾਕਤ ਮਹਿਸੂਸ ਕਰਦਾ ਸਿਰਫ ਤੇਰੇ ਨਾਮ ਨਾਲ। ਇਦੋਂ ਬਿਨਾ ਮੈਂ ਮਿੱਟੀ ਦਾ ਢੇਰ ਆਂ ਦਾਤਿਆ। ਇਦੋਂ ਬਿਨਾ ਮੇਰੀ ਪਾਇਆ ਕੁਛ ਨਹੀਂ। ਸਮਾਂ ਮੇਰੀ ਜ਼ਿੰਦਗੀ ਨਸ਼ਟ ਕਰੀ ਜਾ ਰਿਹਾ, ਤਬਾਹ ਕਰੀ ਜਾ ਰਿਹਾ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ, ਮੈਂ ਤਾਂ ਮਿੱਟੀਆਂ ਦਾਤਿਆ। ਮੈਨੂੰ ਆਸਰਾ ਵਾ, ਸਮਰੱਥਾ ਵਾ, ਤਾਕਤ ਹੈ ਮੇਰੇ ਅੰਦਰ ਸਿਰਫ ਤੇਰੇ ਨਾਮ ਦੀ ਹੈ। ਇਦੋਂ ਬਿਨਾ ਮੇਰੇ ਕੋਲੇ ਹੋਰ ਕੋਈ ਵੀ ਤਾਕਤ ਨਹੀਂ ਹੈਗੀ। ਸਤਿਗੁਰੂ ਰਹਿਮਤ ਕਰੇ, ਸਾਨੂੰ ਜ਼ਰੇ ਜ਼ਰੇ ਵਿੱਚ ਵਸਦਾ ਹੋਇਆ ਪਰਮਾਤਮਾ ਮਹਿਸੂਸ ਹੋਣ ਲੱਗ ਜਾਏ। ਉਹਨੂੰ ਜਪਦਿਆਂ, ਉਹਦੀ ਹਜ਼ੂਰੀ 'ਚ ਬਹਿੰਦਿਆਂ, ਉਹਦੇ ਗੁਣ ਗਾਉਂਦਿਆਂ, ਉਹਦੀ ਵਡਿਆਈ ਕਰਦਿਆਂ ਸਾਨੂੰ ਇਹ ਗੱਲ ਸਾਡੇ ਅੰਦਰ ਪੈਦਾ ਹੋ ਜਾਏ। ਉਹੀ ਹੈ ਸਭ ਕੁਛ, ਉਹੀ ਸਿਰਜਣਾ ਕਰਨ ਵਾਲਾ ਹੈ, ਉਹੀ ਬਣਾਉਣ ਵਾਲਾ ਹੈ। ਪੁੱਛ ਨਾ ਸਾਜੈ ਪੁੱਛ ਨਾ ਤਾਹੇ, ਨਾ ਉਹ ਪੁੱਛ ਕੇ ਸਾਜਦਾ, ਨਾ ਉਹ ਸਾਨੂੰ ਢਾਉਣ ਲੱਗਿਆਂ ਪੁੱਛਦਾ ਹੈ। ਬਣਾਉਣਾ, ਢਾਉਣਾ, ਸਵਾਰਨਾ, ਸ਼ਿੰਗਾਰਨਾ ਇਹ ਉਹਦੀਆਂ ਰਹਿਮਤਾਂ ਨੇ। ਸ਼ਬਦ ਦੀ ਵਿਚਾਰ ਕਰਦਿਆਂ, ਇਤਿਹਾਸਕ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ। ਅਣਜਾਣ ਸਮਝ ਕੇ ਮਾਫ ਕਰਨਾ ਜੀ। ਸ਼ੁਕਰਾਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਰਹਿਮਤ ਦਾ ਸਦਕਾ ਚੰਦ ਘੜੀਆਂ ਗੁਰਬਾਣੀ ਦੀ ਵਿਚਾਰ ਦਾ ਨਿੱਘ ਮਾਣਿਆ। ਹੋਈਆਂ ਭੁੱਲਾਂ ਦੀ ਖਿਮਾ। ਅੰਤ ਵਿੱਚ ਬੜੇ ਪਿਆਰ ਨਾਲ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।